ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਵਧੀਆ ਪੜ੍ਹਾਈ ਵੀ ਚੱਲ ਰਹੀ ਹੋਏਗੀ। ਆਪਾਂ ਕਰਨ ਜਾ ਰਹੇ ਹਾਂ ਚੌਥੀ ਜਮਾਤ ਦਾ ਦੂਜਾ ਪਾਠ ਨਿੱਕੀ ਜਿੰਦ ਵੱਡੀ ਸੋਚ। ਆਓ ਦੇਖਦੇ ਹਾਂ ਕੀ ਹੈਗਾ ਇਸ ਪਾਠ ਦੇ ਵਿੱਚ। ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ। ਗੁਰਮੇਲ ਸਿੰਘ ਧੁੱਪੇ ਕੁਰਸੀ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਕੋਲ ਹੀ ਕੁਝ ਕਿਤਾਬਾਂ ਵੀ ਪਈਆਂ ਸਨ। ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਗਰੁੱਪ ਤੇ ਤਸਵੀਰਾਂ ਵਾ ਰਹੀ ਸੀ। ਜਸ਼ਨ ਟੈਲੀਵਿਜ਼ਨ ਮੂਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ। ਤਾਂ ਹੁਣ ਛੁੱਟੀ ਸੀ, ਬਸੰਤ ਪੰਚਮੀ ਸੀ, ਜਦ ਤੁਸੀਂ ਪਤੰਗ ਉਡਾਉਂਦੇ ਹੈਗੇ ਹੋ। ਤੇ ਜਿਹੜੇ ਗੁਰਮੇਲ ਸਿੰਘ ਜੀ ਸੀ ਉਹ ਧੁੱਪੇ ਬੈਠੇ ਸੀ ਤੇ ਅਖਬਾਰ ਪੜ੍ਹ ਰਹੇ ਸੀ। ਕੋਲ ਹੀ ਉਹਨਾਂ ਦੇ ਕੁਝ ਕਿਤਾਬਾਂ ਵੀ ਪਈਆਂ ਸਨ। ਸਿਮਰਨ ਵੀ ਆਪਣੇ ਪਾਪਾ ਦੇ ਨੇੜੇ ਬੈਠੀ ਡਰਾਇੰਗ ਵਾ ਰਹੀ ਸੀ ਤੇ ਜਸ਼ਨ ਟੈਲੀਵਿਜ਼ਨ ਮੂਰੇ ਬੈਠ ਕੇ ਕਾਰਟੂਨ ਦੇਖ ਰਿਹਾ ਸੀ। ਜਦੋਂ ਗੁਰਮੇਲ ਸਿੰਘ ਸੈਰ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਜਸ਼ਨ ਨੇ ਡਰਾਇੰਗ ਰੂਮ ਵਿੱਚੋਂ ਹੀ ਆਵਾਜ਼ ਮਾਰਦਿਆਂ ਕਿਹਾ, ਪਾਪਾ ਸੈਰ ਕਰਨ ਚੱਲਿਓ? ਮੈਂ ਵੀ ਅੱਜ ਤੁਹਾਡੇ ਨਾਲ ਸੈਰ ਕਰਨ ਜਾਵਾਂਗਾ। ਤਾਂ ਹੋਇਆ ਕਿ ਗੁਰਮੇਲ ਸਿੰਘ ਜੀ ਸੈਰ ਕਰਨ ਲਈ ਤਿਆਰ ਹੋ ਰਹੇ ਸਨ ਤੇ ਉਨੀ ਦੇਰ ਨੂੰ ਜਸ਼ਨ ਨੇ ਡਰਾਇੰਗ ਰੂਮ ਦੇ ਵਿੱਚੋਂ ਆਵਾਜ਼ ਮਾਰੀ ਵੀ ਪਾਪਾ ਤੁਸੀਂ ਸੈਰ ਕਰਨ ਚੱਲੇ ਹੈਗੇ ਹੋ? ਮੈਂ ਵੀ ਅੱਜ ਤੁਹਾਡੇ ਨਾਲ ਹੀ ਜਾਵਾਂਗਾ। ਕੀ ਗੱਲ, ਅੱਜ ਤੂੰ ਟਿਊਸ਼ਨ ਤੇ ਨਹੀਂ ਜਾਣਾ? ਗੁਰਮੇਲ ਸਿੰਘ ਨੇ ਬੂਟਾਂ ਦੇ ਤਸਮੇ ਕੱਸਦਿਆਂ ਕਿਹਾ। ਤੇ ਗੁਰਮੇਲ ਸਿੰਘ ਜੀ ਜਦ ਬੂਟੇ ਪਾ ਰਹੇ ਸੀ, ਉਹਨਾਂ ਦੇ ਤਸਮੇ ਕੱਸ ਰਹੇ ਸੀ, ਉਨੀ ਦੇਰ ਨੂੰ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਪੁੱਤ, ਅੱਜ ਤੂੰ ਟਿਊਸ਼ਨ ਤੇ ਨਹੀਂ ਜਾਣਾ? ਨਹੀਂ ਪਾਪਾ, ਅੱਜ ਸਾਨੂੰ ਟਿਊਸ਼ਨ ਤੋਂ ਛੁੱਟੀ ਹੈ। ਅੱਜ ਸਾਡੀ ਮੈਡਮ ਕਿਤੇ ਰਿਸ਼ਤੇਦਾਰੀ ਵਿੱਚ ਗਏ ਹੋਏ ਹਨ। ਤੇ ਪੁੱਤ ਨੇ ਦੱਸਿਆ ਵੀ ਨਹੀਂ ਪਿਤਾ ਜੀ, ਅੱਜ ਤਾਂ ਸਾਡੀ ਛੁੱਟੀ ਹੈਗੀ ਹੈ। ਟਿਊਸ਼ਨ ਵਾਲੀ ਮੈਡਮ ਨੇ ਕਿਤੇ ਆਪਣੀ ਰਿਸ਼ਤੇਦਾਰੀ ਵਿੱਚ ਜਾਣਾ ਸੀ। ਹਾਂ ਹਾਂ ਪਾਪਾ, ਲੈ ਜਾਓ ਇਹਨੂੰ ਆਪਣੇ ਨਾਲ। ਸਵੇਰ ਦਾ ਬੈਠਾ ਹੈ ਇਹ ਟੈਲੀਵਿਜ਼ਨ ਮੂਰੇ, ਪਤਾ ਨਹੀਂ ਕੀ ਲੱਭੀ ਜਾਂਦਾ ਹੈ ਕਾਰਟੂਨ ਚੈਨਲ ਚੋਂ। ਸਿਮਰਨ ਨੇ ਸਕੂਲ ਦਾ ਬੈਗ ਰੱਖਦਿਆਂ ਕਿਹਾ। ਤੇ ਸਿਮਰਨ ਇੰਨੀ ਦੇਰ ਨੂੰ ਕਹਿੰਦੀ ਵੀ ਹਾਂ ਹਾਂ ਪਾਪਾ, ਇਹਨੂੰ ਲੈ ਜਾਓ, ਇਹ ਤਾਂ ਬੈਠਾ ਆਪਣਾ ਟੈਲੀਵਿਜ਼ਨ ਦੇ ਮੂਰੇ ਕਾਰਟੂਨ ਦੇਖੀ ਜਾਂਦਾ ਹੈ, ਪਤਾ ਨਹੀਂ ਇਹਨੂੰ ਉੱਥੋਂ ਕੀ ਲੱਭਣਾ ਹੈ। ਤੇ ਸਿਮਰਨ ਪੜ੍ਹ ਰਹੀ ਸੀ, ਉਹਨੇ ਆਪਣਾ ਸਕੂਲ ਦਾ ਬੈਗ ਮੂਰੇ ਰੱਖਿਆ ਤੇ ਇਹ ਗੱਲ ਕਹੀ, ਪਰ ਬੇਟਾ ਮੈਂ ਬਹੁਤ ਦੂਰ ਤੱਕ ਜਾਣਾ ਹੈ, ਥੱਕ ਜਾਵੇਗਾ ਇਹ। ਤੇ ਪਾਪਾ ਨੇ ਦੱਸਿਆ ਵੀ ਪੁੱਤ ਮੈਂ ਤਾਂ ਬਹੁਤ ਦੂਰ ਤੱਕ ਸੈਰ ਕਰਕੇ ਜਾਣਾ ਹੈ, ਤੂੰ ਤਾਂ ਥੱਕ ਜਾਏਂਗਾ। ਨਹੀਂ ਪਾਪਾ, ਮੈਂ ਨਹੀਂ ਥੱਕਾਂਗਾ। ਜਸ਼ਨ ਗੁਰਮੇਲ ਦੇ ਮੂਰੇ ਮੂਰੇ ਹੋ ਕੇ ਤੁਰ ਪਿਆ। ਤੇ ਉਹ ਪੁੱਤ ਕਹਿੰਦਾ ਵੀ ਨਹੀਂ ਨਹੀਂ ਮੈਂ ਨਹੀਂ ਥੱਕਾਂਗਾ, ਸਗੋਂ ਤਾਂ ਮੂਰੇ ਮੂਰੇ ਹੋ ਕੇ ਤੁਰਨ ਵੀ ਲੱਗ ਪਿਆ। ਚੱਲ ਫੇਰ ਪੁੱਤਰਾ, ਵੇਖਦਾ ਅੱਜ ਤੇਰਾ ਜੋਸ਼। ਤੇ ਪਿਤਾ ਜੀ ਨੇ ਕਿਹਾ ਵੀ ਚੱਲ ਠੀਕ ਹੈ, ਜੇ ਤੂੰ ਤਿਆਰ ਹੈਗਾ ਹੈ, ਤੈਨੂੰ ਡਰ ਨਹੀਂ ਹੈ, ਤਾਂ ਫਿਰ ਦੇਖਦੇ ਹਾਂ ਤੇਰਾ ਜੋਸ਼। ਗੁਰਮੇਲ ਸਿੰਘ ਲੰਮੀਆਂ ਲੰਮੀਆਂ ਡੀਂਗਾਂ ਭਰਦਾ ਜਾ ਰਿਹਾ ਸੀ ਤੇ ਜਸ਼ਨ ਕਦੇ ਪਿੱਛੇ ਰਹਿ ਜਾਂਦਾ ਤੇ ਕਦੇ ਦੌੜ ਕੇ ਅੱਗੇ ਲੰਘ ਜਾਂਦਾ ਅਤੇ ਅੱਗੇ ਖੜ ਕੇ ਆਪਣੇ ਪਾਪਾ ਦਾ ਇੰਤਜ਼ਾਰ ਕਰਨ ਲੱਗ ਪੈਂਦਾ। ਤਾਂ ਗੁਰਮੇਲ ਜਦ ਅੱਗੇ ਗਿਆ ਤਾਂ ਉਹ ਕਦੇ ਅੱਗੇ ਤੁਰ ਜਾਂਦਾ, ਕਦੇ ਉਹ ਪਿੱਛੇ ਰਹਿ ਜਾਂਦਾ। ਜਦ ਪਿੱਛੇ ਰਹਿ ਜਾਂਦਾ ਤਾਂ ਦੌੜ ਕੇ ਆਪਣੇ ਪਾਪਾ ਕੋਲ ਅੱਗੇ ਚਲਾ ਜਾਂਦਾ, ਫਿਰ ਉਹਨਾਂ ਦੀ ਵੇਟ ਕਰਦਾ, ਉਹਨਾਂ ਦਾ ਇੰਤਜ਼ਾਰ ਕਰਦਾ। ਇੰਜ ਗੱਲਬਾਤ ਕਰਦੇ ਹੋਏ ਉਹ ਤੁਰ ਰਹੇ ਸਨ। ਕੁਝ ਹੀ ਮਿੰਟਾਂ ਵਿੱਚ ਦੋਵੇਂ ਪਿਓ ਪੁੱਤਰ ਆਬਾਦੀ ਤੋਂ ਬਾਹਰ ਨਿਕਲ ਕੱਚੀ ਨਹਿਰ ਵਾਲੇ ਰਾਹ ਤੇ ਆ ਗਏ। ਤੇ ਕੁਝ ਦੇਰ ਤੁਰਦੇ ਤੁਰਦੇ ਉਹ ਦੋਨੋਂ ਆਬਾਦੀ ਤੋਂ ਬਾਹਰ ਨਿਕਲ ਕੇ ਇੱਕ ਕੱਚੀ ਜਿਹੀ ਸੜਕ ਤੇ ਤੁਰਨ ਲੱਗ ਪਏ ਜੋ ਨਹਿਰ ਦੇ ਨੇੜੇ ਸੀ। ਜਸ਼ਨ ਮੂਰੇ ਮੂਰੇ ਤੁਰਦਾ ਖੇਤਾਂ ਵਿੱਚ ਲੈ ਲਾਉਂਦੀਆਂ ਫਸਲਾਂ ਨੂੰ ਨਿਹਾਰਦਾ, ਕਦੇ ਸਰੋਂ ਦੀਆਂ ਫੁੱਲਾਂ ਤੇ ਮੰਡਲਾਉਂਦੀਆਂ ਤਿਤਲੀਆਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਕਦੇ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ ਵੇਖ ਖੁਸ਼ ਹੁੰਦਾ। ਗੁਰਮੇਲ ਸਿੰਘ ਆਪਣੀ ਧੁਨ ਵਿੱਚ ਤੇਜ਼-ਤੇਜ਼ ਤੁਰਦਾ ਜਾ ਰਿਹਾ ਸੀ। ਉਹ ਹੈਰਾਨ ਸੀ ਕਿ ਅੱਜ ਜਸ਼ਨ ਦੇ ਮਨ ਵਿੱਚ ਸੈਰ ਕਰਨ ਦਾ ਵਿਚਾਰ ਕਿਵੇਂ ਆਇਆ। ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਨਹਿਰ ਦੀ ਪਟੜੀ ਤੇ ਆ ਚੜੇ, ਜਿੱਥੇ ਇੱਕ ਪਾਸੇ ਰੁੱਖਾਂ ਦੇ ਝੁੰਡ ਸਨ ਅਤੇ ਇੱਕ ਪਾਸੇ ਹਰੀਆਂ ਹਰੀਆਂ
ਕਣਕਾਂ ਹੁਲਾਰੇ ਮਾਰ ਰਹੀਆਂ ਸਨ। ਤੇ ਹੋਇਆ ਕੀ ਵੀ ਪੁੱਤ ਜਿਹੜਾ ਸੀ ਉਹ ਜਦ ਸੈਰ ਕਰਨ ਗਿਆ ਉਹ ਲੈ ਲਹਾਉਂਦੀਆਂ ਹੋਈਆਂ ਫਸਲਾਂ ਨੂੰ ਦੇਖ ਕੇ ਬਹੁਤ ਖੁਸ਼ ਹੋ ਰਿਹਾ ਸੀ। ਇੱਕ ਪਾਸੇ ਸਰੋਂ ਦੇ ਫੁੱਲ ਸੀ ਜਿਹਦੇ ਤੇ ਤਿਤਲੀ ਬੈਠ ਰਹੀ ਸੀ, ਕਦੇ ਉਹ ਤਾਰਾਂ ਤੇ ਬੈਠੇ ਪੰਛੀਆਂ ਨੂੰ ਵੇਖ ਵੇਖ ਖੁਸ਼ ਹੁੰਦਾ। ਤੇ ਗੁਰਮੇਲ ਸਿੰਘ ਆਪਣੀ ਧੁਨ ਦੇ ਵਿੱਚ ਤੇਜ਼-ਤੇਜ਼ ਤੁਰਦੇ ਜਾ ਰਹੇ ਸਨ। ਉਹ ਹੈਰਾਨ ਸਨ ਵੀ ਅੱਜ ਜਸ਼ਨ ਛੋਟਾ ਜਿਹਾ ਮੁੰਡਾ ਕਿਵੇਂ ਸੈਰ ਕਰਨ ਦੇ ਲਈ ਤਿਆਰ ਹੋ ਗਿਆ। ਉਹਦੇ ਮਨ ਵਿੱਚ ਇਹ ਵਿਚਾਰ ਆਇਆ ਤੇ ਆਇਆ ਕਿਵੇਂ। ਤੇ ਦੋਵੇਂ ਪਿਓ ਪੁੱਤ ਤੁਰਦੇ ਤੁਰਦੇ ਨਹਿਰ ਦੀ ਪਟੜੀ ਤੇ ਆ ਚੜੇ, ਜਿੱਥੇ ਇੱਕ ਪਾਸੇ ਤਾਂ ਬਹੁਤ ਸਾਰੇ ਰੁੱਖ ਸਨ ਤੇ ਦੂਜੇ ਪਾਸੇ ਹਰੀਆਂ ਹਰੀਆਂ ਕਣਕਾਂ ਹੁਲਾਰੇ ਮਾਰ ਰਹੀਆਂ ਸਨ। ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਪਾਣੀ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਗੁਰਮੇਲ ਸਿੰਘ ਨੇ ਪੁੱਛਿਆ, ਬੇਟਾ ਕੀ ਲੱਭ ਰਿਹਾ ਹੈ? ਤੇ ਜਸ਼ਨ ਨਹਿਰ ਦੇ ਕਿਨਾਰੇ ਖੜਾ ਹੋ ਕੇ ਨਹਿਰ ਵਿੱਚ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੇ ਇਹਨੂੰ ਇੰਜ ਕਰਦਾ ਦੇਖ ਕੇ ਉਹਦੇ ਪਿਤਾ ਜੀ ਨੇ ਪੁੱਛਿਆ, ਵੀ ਪੁੱਤ ਤੂੰ ਕੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ? ਪਾਪਾ ਪ੍ਰਵਾਸੀ ਪੰਛੀ ਲੱਭ ਰਿਹਾ ਹਾਂ। ਦੁਪਹਿਰੇ ਮੋਹਿਤ ਅਤੇ ਸ਼ੁਭਮ ਮੇਰੇ ਕੋਲ ਆਏ ਸਨ। ਉਹ ਕਹਿ ਰਹੇ ਸਨ ਕਿ ਇਸ ਵਾਰ ਨਹਿਰ ਤੇ ਕਾਫੀ ਪ੍ਰਵਾਸੀ ਪੰਛੀ ਆਏ ਹੋਏ ਹਨ। ਤੇ ਉਹ ਕਹਿੰਦਾ ਵੀ ਪਾਪਾ ਮੈਂ ਤਾਂ ਪ੍ਰਵਾਸੀ ਪੰਛੀ ਜਿਹੜੇ ਕਿਤੇ ਹੋਰ ਤੋਂ ਇੱਥੇ ਆਏ ਹੈਗੇ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਪ੍ਰਵਾਸੀ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਦੂਜੇ ਦੇਸ਼ ਦੇ ਵਾਸੀ। ਦੁਪਹਿਰੇ ਮੇਰੇ ਕੋਲ ਮੇਰੇ ਦੋਸਤ ਮੋਹਿਤ ਤੇ ਸ਼ੁਭਮ ਆਏ ਸੀ। ਉਹ ਕਹਿ ਰਹੇ ਸੀ ਵੀ ਇਹ ਨਹਿਰ ਤੇ ਕਾਫੀ ਪ੍ਰਵਾਸੀ ਪੰਛੀ ਆਏ ਹੋਏ ਨੇ। ਪੈਰਾਂ ਦਾ ਖੜਾਕ ਸੁਣ ਕੇ ਦੋ ਮੁਰਗਾਬੀਆਂ ਉਹਨਾਂ ਦੇ ਮੂਹਰਿਓਂ ਉੜ ਗਈਆਂ ਤੇ ਪੈਰਾਂ ਦਾ ਸ਼ੋਰ ਸੁਣ ਕੇ ਦੋ ਪੰਛੀ ਜੋ ਕਿ ਮੁਰਗਾਬੀਆਂ ਸਨ ਉਹ ਉਹਨਾਂ ਦੇ ਮੂਹਰਿਓਂ ਹੀ ਉੜ ਗਈਆਂ। ਜਸ਼ਨ ਇਹਨਾਂ ਮੁਰਗਾਬੀਆਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਪਾਪਾ ਇਹ ਤਾਂ ਬਹੁਤ ਪਿਆਰੇ ਪੰਛੀ ਨੇ, ਇਹ ਕਿੱਥੋਂ ਆਉਂਦੇ ਨੇ? ਇੱਕੋ ਸਾਹ ਵਿੱਚ ਉਹ ਕਿੰਨੇ ਸਾਰੇ ਸਵਾਲ ਕਰ ਗਿਆ ਤੇ ਉਹ ਮੁਰਗਾਬੀਆਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਇੱਕੋ ਸਾਹ ਦੇ ਵਿੱਚ ਪੁੱਛਣ ਲੱਗਿਆ ਵੀ ਇਹ ਤਾਂ ਬਹੁਤ ਪਿਆਰੇ ਪੰਛੀ ਨੇ, ਕਿੱਥੋਂ ਆਉਂਦੇ ਨੇ? ਉਹਨੇ ਸਾਹ ਵੀ ਨਹੀਂ ਲਿਆ, ਬਹੁਤ ਖੁਸ਼ ਹੋਇਆ। ਗੁਰਮੇਲ ਸਿੰਘ ਨੇ ਜਸ਼ਨ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ, ਪੁੱਤਰਾ ਪ੍ਰਵਾਸੀ ਪੰਛੀ ਦੂਰ ਦੁਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ। ਇਹਨਾਂ ਵਿੱਚ ਮੁੱਖ ਤੌਰ ਤੇ ਸਮੁੰਦਰੀ ਕੁੱਜਾ, ਅਬਾਬੀਰ, ਹੰਸ ਅਤੇ ਨੀਲਸਰ ਆਦਿ ਪੰਛੀ ਸ਼ਾਮਲ ਹਨ। ਇਹਨਾਂ ਵਿੱਚੋਂ ਕੁਝ ਪੰਛੀ ਸਾਈਬੇਰੀਆ ਤੋਂ ਵੀ ਆਉਂਦੇ ਹਨ। ਕਈ ਪੰਛੀ ਸੈਂਕੜੇ ਹਜ਼ਾਰਾਂ ਕਿਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ। ਰੁੱਤ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਇਸ ਲਈ ਇਹ ਪੰਛੀ ਸਾਡੇ ਮਹਿਮਾਨ ਹੁੰਦੇ ਹਨ। ਤੇ ਪਿਤਾ ਜੀ ਨੇ ਦੱਸਿਆ ਵੀ ਪੁੱਤ ਇਹ ਜਿਹੜੇ ਪੰਛੀ ਹੈਗੇ ਨੇ ਇਹ ਪ੍ਰਵਾਸੀ ਪੰਛੀ ਹੈਗੇ ਨੇ ਜੋ ਦੂਰ ਦੁਰਾਡੇ ਦੇ ਦੇਸ਼ਾਂ ਤੋਂ ਮੀਲੋਂ ਦੂਰ ਦਾ ਸਫ਼ਰ ਤੈਅ ਕਰਕੇ ਸਾਡੇ ਦੇਸ਼ ਆਉਂਦੇ ਨੇ। ਕਿਉਂਕਿ ਜਦ ਰੁੱਤ ਬਦਲਦੀ ਹੈ ਤਾਂ ਪੰਛੀ ਵੀ ਆਪਣਾ ਘਰ ਬਦਲਦੇ ਨੇ ਆਪਣੇ ਖਾਣ ਪੀਣ ਦੀਆਂ ਲੋੜਾਂ ਦੇ ਅਨੁਸਾਰ। ਤੇ ਇਹਨਾਂ ਚੋਂ ਮੁੱਖ ਤੌਰ ਤੇ ਇਹ ਸਾਰੇ ਪੰਛੀ ਹੁੰਦੇ ਨੇ ਤੇ ਕੁਝ ਪੰਛੀ ਇੱਕ ਦੇਸ਼ ਹੈਗਾ ਸਾਈਬੇਰੀਆ ਉੱਥੋਂ ਵੀ ਆਉਂਦੇ ਹੈਗੇ ਨੇ। ਸੈਂਕੜੇ ਹਜ਼ਾਰਾਂ ਕਿਲੋਮੀਟਰ ਉੜ ਕੇ ਆਉਂਦੇ ਨੇ। ਜਦ ਹੀ ਰੁੱਤ ਬਦਲ ਜਾਂਦੀ ਹੈ ਇਹ ਵਾਪਸ ਚਲੇ ਜਾਂਦੇ ਨੇ। ਤਾਂ ਕਹਿਣ ਦਾ ਭਾਵ ਇਹ ਜਿਹੜੇ ਪੰਛੀ ਹੈਗੇ ਨੇ ਇਹ ਸਾਡੇ ਮਹਿਮਾਨ ਹੈਗੇ ਨੇ। ਇਹ ਗੱਲ ਮੈਂ ਮੋਹਿਤ ਤੇ ਸ਼ੁਭਮ ਹੋਰਾਂ ਨੂੰ ਵੀ ਸਮਝਾਵਾਂਗਾ। ਜਸ਼ਨ ਨੇ ਗੰਭੀਰ ਹੁੰਦਿਆਂ ਕਿਹਾ ਤੇ ਜਸ਼ਨ ਨੇ ਕਿਹਾ ਮੈਨੂੰ ਤਾਂ ਹੁਣ ਵਧੀਆ ਗੱਲ ਪਤਾ ਲੱਗੀ ਹੈ, ਹੁਣ ਮੈਂ ਇਹ ਗੱਲ ਆਪਣੇ ਦੋਸਤਾਂ ਨੂੰ ਵੀ ਦੱਸਾਂਗਾ। ਗੁਰਮੇਲ ਸਿੰਘ ਨੂੰ ਲੱਗਿਆ ਜਿਵੇਂ ਜਸ਼ਨ ਥੱਕ ਗਿਆ ਹੋਵੇ ਪਰ ਉਹ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ। ਸਾਹਮਣੇ ਖੇਤਾਂ ਤੇ ਕੰਡਿਆਲੀ ਤਾਰ ਲੱਗੀ ਵੇਖ ਕੇ ਜਸ਼ਨ ਫੇਰ ਬੋਲ ਪਿਆ, ਪਾਪਾ ਉਹ ਸਾਹਮਣੇ ਵਾਲੇ ਖੇਤ ਖਾਲੀ ਕਿਉਂ ਪਏ ਨੇ? ਬੇਟਾ ਇਹ ਜ਼ਮੀਨ ਕਿਸੇ ਕਿਸਾਨ ਨੇ ਕਿਸੇ ਕੰਪਨੀ ਨੂੰ ਵੇਚ ਦਿੱਤੀ ਹੈ। ਜਸ਼ਨ ਨੇ ਹੈਰਾਨ ਹੁੰਦਿਆਂ ਕਿਹਾ ਤੇ ਜਸ਼ਨ ਇੰਜ ਲੱਗ ਰਿਹਾ ਸੀ ਵੀ ਉਹ ਥੱਕ ਗਿਆ ਪਰ ਫਿਰ ਵੀ ਉਹ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ। ਸਾਹਮਣੇ ਇੱਕ ਖੇਤ ਦੇਖ ਕੇ ਉਹ ਆਪਣੇ ਪਿਤਾ ਜੀ ਨੂੰ ਪੁੱਛਦਾ ਵੀ ਇਹ ਖੇਤ ਖਾਲੀ ਕਿਉਂ ਹੈ?
ਤੇ ਪਿਤਾ ਜੀ ਦੱਸਦੇ ਨੇ ਵੀ ਪੁੱਤ ਇਹ ਖੇਤ ਕਿਸੇ ਕਿਸਾਨ ਨੂੰ ਕੰਪਨੀ ਨੂੰ ਵੇਚ ਦਿੱਤਾ ਹੈ। ਤਾਂ ਉਹ ਸੋਚਦਾ ਹੈ ਇਹ ਕਿਵੇਂ ਹੋ ਸਕਦਾ ਹੈ ਵੀ ਖੇਤ ਵੇਚ ਦਿੱਤਾ ਉਹ ਵੀ ਕੰਪਨੀ ਨੂੰ। ਅੱਗੇ ਆਓ ਦੇਖਦੇ ਹਾਂ ਕੀ ਹੁੰਦਾ ਹੈ। ਪਾਪਾ ਦਾਦੀ ਮਾਂ ਕਹਿੰਦੇ ਸਨ ਕਿ ਇਹ ਧਰਤੀ ਤਾਂ ਪੂਜਣਯੋਗ ਹੁੰਦੀ ਹੈ ਤੇ ਨਾਲੇ ਇਹ ਸਾਡੀ ਮਾਂ ਹੁੰਦੀ ਹੈ, ਭਲਾ ਫੇਰ ਮਾਂ ਨੂੰ ਅਸੀਂ ਕਿਸ ਤਰ੍ਹਾਂ ਵੇਚ ਸਕਦੇ ਹਾਂ। ਤੇ ਜਸ਼ਨ ਬਹੁਤ ਵਧੀਆ ਗੱਲ ਕਹਿੰਦਾ ਹੈ ਵੀ ਦਾਦੀ ਮਾਤਾ ਕਹਿੰਦੇ ਹੁੰਦੇ ਸੀ ਵੀ ਧਰਤੀ ਪੂਜਣਯੋਗ ਹੈਗੀ ਹੈ, ਪੂਜਾ ਕਰਨ ਦੇ ਯੋਗ ਹੈਗੀ ਹੈ ਤੇ ਇਹ ਸਾਡੀ ਮਾਂ ਹੈਗੀ ਹੈ ਤੇ ਆਪਾਂ ਆਪਣੀ ਮਾਂ ਨੂੰ ਕਿਵੇਂ ਵੇਚ ਸਕਦੇ ਹਾਂ। ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੇਲ ਸਿੰਘ ਹੈਰਾਨ ਸੀ ਕਿ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਚਾਹੀਦੀਆਂ ਹਨ ਉਹ ਬੱਚੇ ਸੋਚ ਰਹੇ ਹਨ। ਜ਼ਮੀਨਾਂ ਤੇ ਤੜਾਤੜ ਉਸਰ ਰਹੇ ਫਲੈਟ ਅਤੇ ਖੇਤੀ ਲਈ ਕੱਟਦੀ ਜਾਂਦੀ ਜ਼ਮੀਨ ਜ਼ਰੂਰ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ। ਤੇ ਜਸ਼ਨ ਦੀਆਂ ਗੱਲਾਂ ਸੁਣ ਕੇ ਗੁਰਮੇਲ ਸਿੰਘ ਹੈਰਾਨ ਹੀ ਹੋ ਗਏ। ਉਹ ਕਹਿੰਦੇ ਵੀ ਜਿਹੜੀਆਂ ਗੱਲਾਂ ਸਾਨੂੰ ਵੱਡਿਆਂ ਨੂੰ ਸੋਚਣੀਆਂ ਚਾਹੀਦੀਆਂ ਨੇ ਉਹ ਇਹ ਨਿੱਕਾ ਜਿਹਾ ਨਿਆਣਾ ਕਰ ਰਹੇ। ਆ ਜਿਹੜੀ ਜ਼ਮੀਨ ਹੈਗੀ ਹੈ ਤੇ ਤੜਾਤੜ ਫਲੈਟ ਬਣੀ ਜਾਂਦੇ ਨੇ ਤਾਂ ਖਾਣ ਪੀਣ ਦੀ ਜਿਹੜੀ ਉਪਜਾਊ ਜ਼ਮੀਨ ਹੈ ਉਹ ਤਾਂ ਘੱਟ ਹੁੰਦੀ ਜਾ ਰਹੀ ਹੈ। ਇਹ ਤਾਂ ਬਿਲਕੁਲ ਚਿੰਤਾ ਦਾ ਵਿਸ਼ਾ ਹੈਗੇ। ਇਹਦੇ ਤੇ ਤਾਂ ਗੱਲਬਾਤ ਕਰਨੀ ਬਣਦੀ ਹੈ। ਦੂਜੇ ਪਾਸੇ ਸਫੈਦਿਆਂ ਦੇ ਰੁੱਖਾਂ ਵਿੱਚ ਕਾਵਾਂ ਦੀ ਕਾਵਾਂ ਰੌਲੀ ਨੇ ਜਸ਼ਨ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸਨੇ ਸ਼ਾਇਦ ਇੰਨੇ ਸਾਰੇ ਕਾਂ ਪਹਿਲਾਂ ਨਹੀਂ ਸਨ ਵੇਖੇ। ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ, ਪਰ ਥੋੜੀ ਹੀ ਦੇਰ ਬਾਅਦ ਗੰਭੀਰ ਹੁੰਦਿਆਂ ਬੋਲਿਆ, ਪਾਪਾ ਚਿੜੀਆਂ ਕਿਤੇ ਨਜ਼ਰ ਨਹੀਂ ਆਉਂਦੀਆਂ, ਕਿੱਥੇ ਗਈਆਂ ਚਿੜੀਆਂ। ਤੇ ਦੂਜੇ ਪਾਸੇ ਸਫੈਦੇ ਦੇ ਰੁੱਖ ਲੱਗੇ ਹੋਏ ਸਨ ਜਿੱਥੇ ਬਹੁਤ ਸਾਰੇ ਕਾਂ ਬੈਠੇ ਸਨ, ਉਹ ਰੌਲਾ ਪਾ ਰਹੇ ਸਨ ਤੇ ਸ਼ਾਇਦ ਹੀ ਜਸ਼ਨ ਨੇ ਇੰਨੇ ਸਾਰੇ ਕਾਂ ਪਹਿਲਾਂ ਕਿਤੇ ਵੇਖੇ ਹੋਣਗੇ। ਉਹ ਖੁਸ਼ ਤਾਂ ਬਹੁਤ ਹੋਇਆ ਤੇ ਫਿਰ ਗੰਭੀਰ ਹੋ ਕੇ ਚਿੰਤੇ ਦੇ ਵਿਸ਼ੇ ਵਿੱਚ ਉਹ ਪੁੱਛਣ ਲੱਗਾ ਵੀ ਪਾਪਾ ਇੰਨੇ ਸਾਰੇ ਕਾਂ ਹੈਗੇ ਨੇ, ਮੈਨੂੰ ਚਿੜੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਗੁਰਮੇਲ ਸਿੰਘ ਵੱਲੋਂ ਕੋਈ ਜਵਾਬ ਨਾ ਆਉਂਦਾ ਦੇ ਕੇ ਫਿਰ ਉਹ ਆਪ ਹੀ ਜਵਾਬ ਦਿੰਦਾ ਹੋਇਆ ਬੋਲਿਆ, ਪਾਪਾ ਮੈਡਮ ਕਹਿੰਦੇ ਸਨ ਕਿ ਜਿਹੜੇ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਨੇ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਕਰਕੇ ਬਹੁਤ ਸਾਰੇ ਪੰਛੀ ਸਾਡੇ ਕੋਲੋਂ ਦੂਰ ਚਲੇ ਗਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਚਿੜੀਆਂ ਵੀ ਜਾਂ ਤਾਂ ਮਰ ਗਈਆਂ ਨੇ ਜਾਂ ਫਿਰ ਦੂਰ ਦੁਰਾਤੇ ਕਿਧਰੇ ਪਹਾੜਾਂ ਵੱਲ ਚਲੀਆਂ ਗਈਆਂ ਨੇ। ਜਦ ਗੁਰਮੇਲ ਸਿੰਘ ਨੇ ਜਸ਼ਨ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਉਹਨੇ ਜਦ ਚਿੜੀਆਂ ਬਾਰੇ ਪੁੱਛਿਆ ਤੇ ਕੁਝ ਦੇਰ ਚੁੱਪ ਹੋਣ ਤੋਂ ਬਾਅਦ ਉਹ ਆਪੇ ਬੋਲ ਪਿਆ ਵੀ ਪਾਪਾ ਸਾਡੇ ਮੈਡਮ ਨੇ ਦੱਸਿਆ ਸੀ ਆ ਜਿਹੜਾ ਮੋਬਾਈਲ ਫੋਨਾਂ ਦੇ ਵੱਡੇ ਵੱਡੇ ਟਾਵਰ ਲੱਗੇ ਹੋਏ ਨੇ ਨਾ ਇਹਨਾਂ ਵਿੱਚੋਂ ਬਹੁਤ ਹੀ ਹਾਨੀਕਾਰਕ ਰੇਜ਼ ਆਉਂਦੀਆਂ ਨੇ ਜਾਂ ਤਰੰਗਾਂ ਆਉਂਦੀਆਂ ਨੇ ਜਿਹਦੇ ਕਰਕੇ ਬਹੁਤ ਸਾਰੇ ਪੰਛੀ ਤੰਗ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਤੇ ਉਹ ਦੂਰ ਚਲੇ ਜਾਂਦੇ ਨੇ। ਸ਼ਾਇਦ ਇਹ ਕਾਰਨ ਹੋ ਸਕਦਾ ਹੈ ਜਾਂ ਤਾਂ ਉਹ ਮਰ ਗਏ ਨੇ ਜਾਂ ਸਾਡੇ ਤੋਂ ਦੂਰ ਕਿਤੇ ਪਹਾੜੀ ਇਲਾਕਿਆਂ ਵਿੱਚ ਚਲੇ ਗਏ ਨੇ। ਹਾਂ ਪੁੱਤਰਾ ਠੀਕ ਕਹਿੰਦੇ ਨੇ ਤੇਰੇ ਮੈਡਮ, ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਲਾਭ ਹੋਏ ਨੇ ਉੱਥੇ ਸਾਨੂੰ ਇਹਨਾਂ ਕਰਕੇ ਬਹੁਤ ਕੁਝ ਗੁਆਉਣਾ ਵੀ ਪਿਆ ਹੈ। ਤਾਂ ਇੰਨੇ ਦਿਨ ਨੂੰ ਪਿਤਾ ਜੀ ਜਵਾਬ ਦਿੰਦੇ ਨੇ ਜਸ਼ਨ ਨੂੰ ਵੀ ਬਿਲਕੁਲ ਠੀਕ ਦੱਸਿਆ ਤੇਰੀ ਮੈਡਮ ਨੇ ਵੀ ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਲਾਭ ਹੋਏ ਨੇ ਇਸੇ ਕਰਕੇ ਇਹਨਾਂ ਚੀਜ਼ਾਂ ਕਰਕੇ ਸਾਨੂੰ ਬਹੁਤ ਚੀਜ਼ਾਂ ਦਾ ਨੁਕਸਾਨ ਵੀ ਹੋਇਆ ਹੈ, ਬਹੁਤ ਚੀਜ਼ਾਂ ਗਵਾਣੀਆਂ ਵੀ ਪਈਆਂ ਨੇ। ਗੱਲਾਂ ਬਾਤਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਿ ਗੁਰਮੇਲ ਸਿੰਘ ਤੇ ਜਸ਼ਨ ਕਦੋਂ ਘਰ ਪਹੁੰਚ ਗਏ। ਜਸ਼ਨ ਘਰ ਆਉਂਦਿਆਂ ਫੇਰ ਖੇਡਣ ਵਿੱਚ ਮਗਨ ਹੋ ਗਿਆ, ਪਰ ਗੁਰਮੇਲ ਸਿੰਘ ਅਜੇ ਵੀ ਜਸ਼ਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਗੱਲਾਂ ਬਾਤਾਂ ਮਾਰਦੇ ਮਾਰਦੇ ਦੋਵੇਂ ਪਿਓ ਪੁੱਤਰ ਘਰ ਆ ਪੁੱਜੇ। ਪਤਾ ਹੀ ਨਹੀਂ ਲੱਗਿਆ ਰਸਤਾ ਕਿਵੇਂ ਕੱਟਿਆ ਗਿਆ ਤੇ ਘਰ ਆ ਕੇ ਜਸ਼ਨ ਤਾਂ ਖੇਡਣ ਕੁੱਦਣ ਵਿੱਚ ਰੁੱਝ ਗਿਆ, ਪਰ ਉਹਦੇ ਪਿਤਾ ਜੀ ਅਜੇ ਵੀ ਜਸ਼ਨ ਵੱਲੋਂ ਪੁੱਛੇ ਜਿਹੜੇ ਸਵਾਲ ਸੀ ਉਹਨਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਠੀਕ ਹੈ ਬੱਚਿਓ, ਇਹ ਸੀ ਨਿੱਕੀ ਜਿੰਦ ਵੱਡੀ ਸੋਚ। ਪਾਠ ਅਭਿਆਸ ਪੜੋ ਅਤੇ
समझो। पहला है इंतजार, उड़ीक, तुन, ध्यान या लगन, गंभीर, सोच विचार वाला, संजीदा, तरंगा, लहरा, मगन, मस्त या लीन। आगे है ठीक शब्द चुन के खाली थावा भरो। ਇੱਥੇ ਸ਼ਬਦ ਦਿੱਤੇ ਹੋਏ ਨੇ ਜਿਵੇਂ ਕਿ ਰੁੱਤ, ਪਾਣੀ, ਤਸਵੀਰਾਂ, ਕਾਵਾਂ, ਤੇਜ ਤੇਜ। ਊੜਾ, ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਡੈਸ਼ ਵਾ ਰਹੀ ਸੀ। ਤਸਵੀਰਾਂ, ਐੜਾ, ਗੁਰਮੇਲ ਸਿੰਘ ਆਪਣੀ ਧੁਨ ਵਿੱਚ ਡੈਸ਼ ਤੁਰਦਾ ਜਾ ਰਿਹਾ ਸੀ ਤੇਜ ਤੇਜ। ਈੜੀ, ਜਸ਼ਨ ਨਹਿਰ ਦੇ ਕਿਨਾਰੇ ਤੇ ਖੜ ਕੇ ਡੈਸ਼ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਾਣੀ। ਸੱਸਾ, ਡੈਸ਼ ਬਦਲਦਿਆਂ ਹੀ ਇਹ ਪੰਛੀ ਵਾਪਸ ਚਲੇ ਜਾਂਦੇ ਹਨ ਰੁੱਤ। ਹਾਹਾ, ਉਹ ਡੈਸ਼ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। ਉਹ ਕਾਵਾਂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ। अगला है हेठ लिखे प्रश्नों दे उत्तर लिखो। पहला है ऊड़ा, जशन ने अपने पिताजी नु की कहा। जशन ने अपने पिताजी नु कहा कि मैं भी थोड़े नाल सैर करन लई जाना चाहता हां। एड़ा, जशन ने सैर दा आनंद किवें माणिया। जशन ने लह लहाउंदियां फसलां, सरੋਂ ਤੇ ਫੁੱਲਾਂ ਤੇ ਮੁੰਡਰਾਉਂਦੀ ਤਿਤਲੀਆਂ, ਤਾਰਾਂ ਉੱਤੇ ਬੈਠੇ ਪੰਛੀਆਂ ਅਤੇ ਨਹਿਰਾਂ ਉੱਤੇ ਆਏ ਪ੍ਰਵਾਸੀ ਪੰਛੀਆਂ ਨੂੰ ਵੇਖ ਕੇ ਸੈਰ ਦਾ ਆਨੰਦ ਮਾਣਿਆ।
ਈੜੀ ਪ੍ਰਵਾਸੀ ਪੰਛੀ ਕਿਹਨਾਂ ਨੂੰ ਆਖਦੇ ਹਨ? ਦੂਰ ਦੁਰਾਡੇ ਦੇਸ਼ਾਂ ਤੋਂ ਆਏ ਪੰਛੀਆਂ ਨੂੰ ਪ੍ਰਵਾਸੀ ਪੰਛੀ ਆਖਦੇ ਹਨ, ਜਾਂ ਆਪਾਂ ਲਿਖ ਸਕਦੇ ਹਾਂ ਪ੍ਰਵਾਸੀ ਪੰਛੀ ਦੂਰ ਦੁਰਾਡੇ ਦੇਸ਼ਾਂ ਤੋਂ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਆਉਂਦੇ ਹਨ ਅਤੇ ਰੁੱਤ ਬਦਲਦੇ ਹੀ ਵਾਪਸ ਚਲੇ ਜਾਂਦੇ ਹਨ। ਸੱਸਾ ਜ਼ਮੀਨ ਕਿਉਂ ਘਟਦੀ ਜਾ ਰਹੀ ਹੈ? ਧਰਤੀ ਤੇ ਤੜਾ ਤੜ ਉਸਰ ਰਹੇ ਫਲੈਟਾਂ ਕਾਰਨ ਜ਼ਮੀਨ ਘਟਦੀ ਜਾ ਰਹੀ ਹੈ। ਸ਼ੁੱਧ ਕਰਕੇ ਲਿਖੋ। ਇੱਥੇ ਸ਼ਬਦ ਹੈਗਾ ਤਿਤਲੀਆਂ। ਲੱਲੇ ਨੂੰ ਬੇਟਾ ਸਿਹਾਰੀ ਨਹੀਂ ਬਿਹਾਰੀ ਲੱਗਦੀ ਹੈ। ਸਰੋਂ, ਇੱਥੇ ਰਾਰੇ ਦੇ ਪੈਰ ਵਿੱਚ ਹਾਹਾ ਆਉਂਦਾ ਹੈ। ਖੁਸ਼, ਇਹਦੇ ਵਿੱਚ ਖੱਖੇ ਦੇ ਪੈਰ ਵਿੱਚ ਬਿੰਦੀ ਲੱਗਦੀ ਹੈ। ਪੰਜਵਾਂ ਪ੍ਰਸ਼ਨ, ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਪਹਿਲਾ ਹੈ ਅਖਬਾਰ। ਮੈਂ ਰੋਜ਼ ਅਖਬਾਰ ਪੜ੍ਹਦਾ ਹਾਂ, ਜਾਂ ਆਪਾਂ ਲਿਖ ਸਕਦੇ ਹਾਂ ਸਾਨੂੰ ਹਰ ਰੋਜ਼ ਅਖਬਾਰ ਪੜ੍ਹਨੀ ਚਾਹੀਦੀ ਹੈ। ਅਗਲਾ ਹੈਗਾ ਤਸਵੀਰਾਂ। ਚਿੱਤਰ ਆਪਾਂ ਲਿਖ ਸਕਦੇ ਹਾਂ ਇਹ ਸਾਡੀ ਦੋਹਾਂ ਭੈਣਾਂ ਦੀ ਤਸਵੀਰ ਹੈ, ਜਾਂ ਆਪਾਂ ਲਿਖ ਸਕਦੇ ਹਾਂ ਮੈਂ ਕਾਪੀ ਤੇ ਤਸਵੀਰਾਂ ਬਣਾਈਆਂ। ਅਗਲਾ ਹੈ ਪ੍ਰਵਾਸੀ, ਜਿਹਦਾ ਮਤਲਬ ਹੈ ਦੂਜੇ ਦੇਸ਼ ਤੋਂ ਆਉਣ ਵਾਲੇ ਲੋਕ ਜਾਂ ਪੰਛੀ। ਆਪਾਂ ਲਿਖ ਸਕਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਵਾਸੀ ਲੋਕ ਵੀ ਆਉਂਦੇ ਹਨ।
ਜਾਂ ਆਪਾਂ ਲਿਖ ਸਕਦੇ ਹਾਂ ਰੁੱਤ ਬਦਲਦੇ ਹੀ ਪ੍ਰਵਾਸੀ ਪੰਛੀ ਵਾਪਸ ਚਲੇ ਜਾਂਦੇ ਹਨ। ਸੱਸਾ ਧੜਾਧੜ, ਫਟਾਫਟ ਜਾਂ ਤੇਜ਼ੀ ਨਾਲ। ਮੇਲੇ ਵਿੱਚ ਮਿਠਾਈਆਂ ਧੜਾਧੜ ਵਿਕ ਰਹੀਆਂ ਸਨ। ਜਾਂ ਆਪਾਂ ਲਿਖ ਸਕਦੇ ਹਾਂ ਮਨੁੱਖ ਧੜਾਧੜ ਰੁੱਖ ਕੱਟ ਰਿਹਾ ਹੈ। ਹਾਹਾ ਲਾਭ, ਆਪਾਂ ਲਿਖ ਸਕਦੇ ਹਾਂ ਰੁੱਖਾਂ ਦੇ ਸਾਨੂੰ ਬਹੁਤ ਜ਼ਿਆਦਾ ਲਾਭ ਹਨ। ਲਾਭ ਦਾ ਮਤਲਬ ਹੁੰਦਾ ਹੈ ਫਾਇਦੇ। ਜਾਂ ਆਪਾਂ ਲਿਖ ਸਕਦੇ ਹਾਂ ਵਪਾਰੀ ਲਾਭ ਕਰਨ ਲਈ ਹੀ ਕਾਰੋਬਾਰ ਕਰਦੇ ਹਨ। ਲਾਭ ਕਮਾਉਣ ਲਈ। ਛੇਵਾਂ ਪ੍ਰਸ਼ਨ ਸਵੇਰ ਦੀ ਸੈਰ ਬਾਰੇ 5 ਵਾਕ ਸੁੰਦਰ ਕਰਕੇ ਲਿਖੋ। ਸਭ ਤੋਂ ਪਹਿਲਾਂ ਸਵੇਰ ਦੀ ਸੈਰ ਸਿਹਤ ਲਈ ਲਾਹੇਵੰਦ ਹੁੰਦੀ ਹੈ। ਦੂਜਾ, ਮੈਂ ਅਤੇ ਮੇਰੇ ਪਿਤਾ ਜੀ ਰੋਜ਼ ਸਵੇਰ ਦੀ ਸੈਰ ਲਈ ਜਾਂਦੇ ਹਾਂ। ਤੀਜਾ, ਸਵੇਰ ਦੀ ਸੈਰ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਚੌਥਾ, ਇਸ ਨਾਲ ਖੂਨ ਦਾ ਸੰਚਾਰ ਵੀ ਸਰੀਰ ਵਿੱਚ ਵੱਧਦਾ ਹੈ। ਪੰਜਵਾਂ, ਇਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ।
ਅੱਗੇ ਹੈ ਅਧਿਆਪਕ ਵਿਦਿਆਰਥੀਆਂ ਨੂੰ ਪ੍ਰਵਾਸੀ ਪੰਛੀਆਂ ਬਾਰੇ 5 ਵਾਕ ਬੋਲਣ ਲਈ ਕਹੇ। ਤਾਂ ਤੁਹਾਡੇ ਅਧਿਆਪਕ ਹੁਣ ਤੁਹਾਨੂੰ ਪ੍ਰਵਾਸੀ ਪੰਛੀਆਂ ਬਾਰੇ 5 ਵਾਕ ਬੋਲਣ ਲਈ ਕਹਿਣਗੇ। ਸਭ ਤੋਂ ਪਹਿਲੀ ਗੱਲ, ਪੰਛੀ ਧਰਤੀ ਉੱਤੇ ਜਾਨਵਰਾਂ ਦੀਆਂ ਉਹ ਪ੍ਰਜਾਤੀਆਂ ਹਨ ਜੋ ਆਪਣੇ ਖੰਭਾਂ ਦੀ ਸਹਾਇਤਾ ਨਾਲ ਉੱਡ ਸਕਦੀਆਂ ਹਨ। ਆਪਣੇ ਬਚਾਵ ਅਨੁਸਾਰ ਪੰਛੀਆਂ ਨੇ ਸਾਲਾਂ ਤੋਂ ਵਿਕਾਸ ਕੀਤਾ ਹੈ ਅਤੇ ਉੱਨਤੀ ਪ੍ਰਾਪਤ ਕੀਤੀ ਹੈ। ਦੂਜੀ ਗੱਲ, ਭਾਰੀ ਹਵਾ ਪ੍ਰਦੂਸ਼ਣ ਅਤੇ ਭੂਮੀ ਪ੍ਰਦੂਸ਼ਣ ਦੇ ਕਾਰਨ ਪੰਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਅਲੋਪ ਹੋ ਰਹੀਆਂ ਹਨ। ਤੀਜੀ ਗੱਲ, ਪੰਛੀ ਭੋਜਨ ਅਤੇ ਪਨਾਹ ਦੀ ਭਾਲ ਵਿੱਚ ਗ੍ਰਹਿ ਦੇ ਇੱਕ ਹਿੱਸੇ ਤੋਂ ਗ੍ਰਹਿ ਦੇ ਦੂਜੇ ਹਿੱਸਿਆਂ ਵਿੱਚ ਚਲੇ ਜਾਂਦੇ ਹਨ ਅਤੇ ਇਹਨਾਂ ਪੰਛੀਆਂ ਨੂੰ ਪ੍ਰਵਾਸੀ ਪੰਛੀ ਵਜੋਂ ਜਾਣਿਆ ਜਾਂਦਾ ਹੈ।
चौथा, प्रवासी पंछी लंबे समय ਲਈ ਇੱਕ ਜਗ੍ਹਾ ਤੇ ਨਹੀਂ ਰਹਿੰਦੇ। ਪੰਜਵਾਂ, ਸਰਦੀਆਂ ਦੇ ਆਰੰਭ ਹੁੰਦਿਆਂ ਹੀ ਭਾਰਤ ਦੀਆਂ ਵੱਖ-ਵੱਖ ਜਗ੍ਹਾਵਾਂ ਉੱਤੇ ਮੰਗੋਲੀਆ ਅਤੇ ਸਾਈਬੇਰੀਆ ਤੋਂ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਂਦੇ ਹਨ। ਛੇਵਾਂ, ਇਹ ਪੰਛੀ ਝੁੰਡਾਂ ਵਿੱਚ ਰਹਿੰਦੇ ਹਨ ਤੇ ਮੌਸਮ ਬਦਲਣ ਨਾਲ ਉੱਡ ਜਾਂਦੇ ਹਨ। ਤੇ ਆਪਾਂ ਇਹ ਵੀ ਲਿਖ ਸਕਦੇ ਹਾਂ ਵੀ ਇਹ ਪੰਛੀ ਸੁੰਦਰ ਖੰਭਾਂ, ਲੰਬੀਆਂ ਧੂਣਾਂ ਤੇ ਰੰਗ ਬਿਰੰਗੀਆਂ ਚੁੰਝਾਂ ਨਾਲ ਅਦਭੁਤ ਦ੍ਰਿਸ਼ ਪੇਸ਼ ਕਰਦੇ ਹਨ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ। ਤਦ ਤੱਕ ਧਿਆਨ ਰੱਖਿਓ ਆਪਣਾ। ਸਤਿ ਸ਼੍ਰੀ ਅਕਾਲ।